ਹੈਲੋ ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਦੂਜੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਮੀਨ ਵੈਲਿਊ ਥਿਓਰਮ ਬਾਰੇ ਚਰਚਾ ਕਰਾਂਗੇ। ਆਓ ਅਸੀਂ ਸ਼ਾਮਲ ਧਾਰਨਾਵਾਂ ਦੇਖੀਏ। ਅਸੀਂ ਲੈਗਰੇਂਜ ਮੀਨ ਵੈਲਿਊ ਥਿਓਰਮ ਤੇ ਚਰਚਾ ਕਰਾਂਗੇ, ਜੋ ਇੱਕ ਬਹੁਤ ਹੀ ਮਹੱਤਵਪੂਰਨ ਧਾਰਨਾ ਜੋ ਕਿ ਪਿਛਲੇ ਲੈਕਚਰ ਦਾ ਵਿਸਥਾਰ ਹੈ ਜਿੱਥੇ ਅਸੀਂ ਰੋਲ ਦੀ ਥਿਓਰਮ ਦਾ ਅਧਿਐਨ ਕੀਤਾ ਸੀ ਅਤੇ ਇੱਥੇ ਇੱਕ ਹੋਰ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਜਾਂ ਕੌਸ਼ੀ ਮੀਨ ਵੈਲਿਊ ਥਿਓਰਮ ਹੈ ਜਿਸ ਦੀ ਚਰਚਾ ਅੱਜ ਦੇ ਲੈਕਚਰ ਵਿੱਚ ਵੀ ਕੀਤੀ ਜਾਵੇਗੀ। ਇਸ ਲਈ ਚਲੋ ਮੈਂ ਪਿਛਲੇ ਲੈਕਚਰ ਤੋਂ ਦੁਹਰਾਉਂਦਾ ਹਾਂ। ਜੇ ਇੱਕ ਫੰਕਸ਼ਨ f ਇੱਕ ਕਲੋਜ਼ਡ ਇੰਟਰਵਲ ab ਵਿੱਚ ਕੰਟੀਨਿਊਅਸ ਹੈ ਅਤੇ ਓਪਨ ਇੰਟਰਵਲ ab ਵਿੱਚ ਡਿਫਰੈਂਸ਼ੀਏਬਲ ਹੈ ਅਤੇ ਪੁਆਇੰਟ a ਅਤੇ ਪੁਆਇੰਟ b ਤੇ ਫੰਕਸ਼ਨ ਵੈਲਿਊ ਇਸ ਲਈ ਇੰਟਰਵਲ ਦੇ ਅੰਤ ਪੁਆਇੰਟ ਬਰਾਬਰ ਹਨ, ਫਿਰ ਓਪਨ ਇੰਟਰਵਲ ab ਵਿੱਚ ਇੱਕ ਸੰਖਿਆ c ਮੌਜੂਦ ਹੈ ਜਿਵੇਂ ਕਿ ਡੈਰੀਵੇਟਿਵ ਇਸ ਪੁਆਇੰਟ ਤੇ ਖਤਮ ਹੋ ਜਾਂਦੇ ਹਨ। ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਇਸ ਚਿੱਤਰ ਤੋਂ ਸਪਸ਼ਟ ਹੈ। ਸਾਡੇ ਕੋਲ ਇੱਕ ਫੰਕਸ਼ਨ f ਹੈ ਜੋ ਕੰਟੀਨਿਊਅਸ ਅਤੇ ਡਿਫਰੈਂਸ਼ੀਏਬਲ ਹੈ ਅਤੇ a ਅਤੇ b ਦੋਹਾਂ ਤੇ ਫੰਕਸ਼ਨ ਵੈਲਿਊ ਬਰਾਬਰ ਹੈ। ਫਿਰ ਇੱਥੇ ਇੱਕ ਪੁਆਇੰਟ c ਐਗਜ਼ਿਸਟ ਕਰਦਾ ਹੈ ਜਿੱਥੇ ਟੈਂਜੈਂਟ x ਐਕਸਿਸ ਦੇ ਪੈਰਲਲ ਹੈ। ਹੁਣ ਲੈਗਰੇਂਜ ਮੀਨ ਵੈਲਿਊ ਥਿਓਰਮ ਤੇ ਆਉਂਦੇ ਹਾਂ। ਸਾਡੇ ਕੋਲ ਫੰਕਸ਼ਨ f ਹੈ ਜੋ ਕੰਟੀਨਿਊਅਸ ਹੈ ਅਤੇ ਰੋਲ ਥਿਓਰਮ ਦੀਆਂ ਪਿਛਲੀਆਂ ਕੰਡੀਸ਼ਨਾਂ ਦੇ ਸਮਾਨ ਹੈ ਅਤੇ ਓਪਨ ਇੰਟਰਵਲ ab ਵਿੱਚ ਡਿਫਰੈਂਸ਼ੀਏਬਲ ਹੈ। ਤੀਜੀ ਕੰਡੀਸ਼ਨ ਜਿੱਥੇ ਫੰਕਸ਼ਨ ਦੋ ਐਂਡ ਪੁਆਇੰਟਾਂ ਤੇ ਬਰਾਬਰ ਸੀ, ਉਸ ਦੀ ਇੱਥੇ ਲੋੜ ਨਹੀਂ ਹੈ, ਇਸ ਲਈ ਇਹ ਵੱਧ ਵਿਆਪਕ ਅਤੇ ਘੱਟ ਪ੍ਰਤੀਬੰਧਿਤ ਹੈ ਅਤੇ ਉਸ ਸਥਿਤੀ ਵਿੱਚ ਦੁਬਾਰਾ ਓਪਨ ਇੰਟਰਵਲ ab ਵਿੱਚ ਘੱਟੋ ਘੱਟ ਇੱਕ ਸੰਖਿਆ c ਐਗਜ਼ਿਸਟ ਕਰਦੀ ਹੈ ਕਿ ਇਹ ਭਾਜਫਲ ਇੱਥੇ fb-fa ਬਟਾ b-a ਇੱਕ ਪੁਆਇੰਟ c ਤੇ ਡੈਰੀਵੇਟਿਵ ਦੇ ਬਰਾਬਰ ਹੈ। ਇਸ ਲਈ ਆਓ ਪਹਿਲਾਂ ਇਸ ਲੈਗਰੇਂਜ ਮੀਨ ਵੈਲਿਊ ਥਿਓਰਮ ਦੀ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਬਾਰੇ ਚਰਚਾ ਕਰੀਏ। ਜੇ ਸਾਡੇ ਕੋਲ ਕੋਈ ਫੰਕਸ਼ਨ ਹੈ ਜੋ ਕੁਝ ਇੰਟਰਵਲਸ ab ਵਿੱਚ ਕੰਟੀਨਿਊਅਸ ਅਤੇ ਡਿਫਰੈਂਸ਼ੀਏਬਲ ਹੈ ਅਤੇ ਫਿਰ ਆਓ ਵੇਖੀਏ ਕਿ ਇੱਥੇ ਇਹ ਭਾਗਫਲ ਕੀ ਹੈ। ਇਸ ਲਈ ਜੇ ਅਸੀਂ ਇਹਨਾਂ ਦੋ ਪੁਆਇੰਟਾਂ f at a ਅਤੇ f at b ਨੂੰ ਜੋੜਦੇ ਹਾਂ ਤਾਂ ਸਾਨੂੰ ਇਹ ਰੇਖਾ ਖੰਡ ਮਿਲਦਾ ਹੈ। ਇਸ ਲਈ ਇਸ ਰੇਖਾ ਖੰਡ ਦੀ ਸਲੋਪ ਕੀ ਹੈ? ਚਲੋ ਕੰਪਿਊਟ ਕਰੀਏ। ਇਸ ਸਥਿਤੀ ਵਿੱਚ ਜੇ ਮੈਂ ਇਸ ਤ੍ਰਿਭੁਜ ਨੂੰ ਇੱਥੇ ਬਣਾਉਂਦਾ ਹਾਂ ਤਾਂ ਇੱਥੇ ਉਚਾਈ fb ਹੋਵੇਗੀ ਕਿਉਂਕਿ ਇੱਥੋਂ ਇਸ ਪੁਆਇੰਟ ਦਾ ਡਿਸਟੈਂਸ fb ਹੈ ਅਤੇ ਇਸ ਪੁਆਇੰਟ ਤੋਂ ਇਸ ਪੁਆਇੰਟ ਦਾ ਡਿਸਟੈਂਸ fa ਹੈ। fb-fa ਇਸ ਤ੍ਰਿਭੁਜ ਦੀ ਉਚਾਈ ਹੈ ਅਤੇ ਇੱਥੇ ਆਧਾਰ b-a ਹੈ ਕਿਉਂਕਿ ਇਸ ਪੁਆਇੰਟ ਤੱਕ b ਹੈ ਅਤੇ ਇੱਥੇ ਇਸ ਪੁਆਇੰਟ ਤੱਕ ਇਸ ਪੁਆਇੰਟ ਦਾ ਕੋਆਰਡੀਨੇਟ a fa ਹੈ। ਇੱਥੇ ਇਹ ਰੈਫਰੈਂਸ ਹੈ b-a ਅਤੇ ਇਹ ਹੈ fb-fa ਅਤੇ ਇਸ ਲਈ ਇਹ ਭਾਗਫਲ fb-fa ਬਟਾ b-a ਇਹ ਪਰਪੈਂਡੀਕਿਊਲਰ ਬਟਾ ਇਹ ਬੇਸ ਇਸ ਕੋਣ ਦਾ ਟੈਂਜੈਂਟ ਹੋਵੇਗਾ। ਇਸ ਲਈ ਮੂਲ ਰੂਪ ਵਿੱਚ ਇੱਥੇ ਇਹ ਐਕਸਪ੍ਰੈਸ਼ਨ fb-fa ਬਟਾ b-a ਇਸ ਰੇਖਾ ਖੰਡ ਦੀ ਸਲੋਪ ਹੈ ਜੋ ਅਸੀਂ ਇੱਕ ਕਰਵ ਦੇ ਇਹਨਾਂ ਦੋ ਐਂਡ ਪੁਆਇੰਟਾਂ ਨੂੰ ਮਿਲਾ ਕੇ ਖਿੱਚੀ ਹੈ। ਅਤੇ ਹੁਣ ਇਹ ਥਿਓਰਮ ਕੀ ਕਹਿੰਦੀ ਹੈ ਕਿ ਇਹ f' ਦੇ ਬਰਾਬਰ ਹੋਵੇਗਾ। ਇਸ ਲਈ ਡੋਮੇਨ a ਤੋਂ b ਦੇ ਵਿੱਚ ਕਿਸੇ ਪੁਆਇੰਟ ਤੇ ਸਲੋਪ ਇਸ ਦਾ ਜਿਓਮੈਟ੍ਰੀਕਲ ਅਰਥ ਇਹ ਹੈ ਕਿ ਇਸ ਖਾਸ ਸਥਿਤੀ ਵਿੱਚ ਘੱਟੋ ਘੱਟ ਇੱਕ ਟੈਂਜੈਂਟ ਹੋਵੇਗਾ। ਅਸੀਂ ਇਹ ਤਿੰਨ ਟੈਂਜੈਂਟ ਵੇਖ ਸਕਦੇ ਹਾਂ ਜੋ ਇਸ ਰੇਖਾ ਖੰਡ ਦੇ ਪੈਰਲਲ ਹਨ। ਇਹ ਲੈਗਰੇਂਜ ਮੀਨ ਵੈਲਿਊ ਥਿਓਰਮ ਕਹਿੰਦੀ ਹੈ ਕਿ ਘੱਟੋ ਘੱਟ ਇੱਕ ਪੁਆਇੰਟ ਹੋਵੇਗਾ ਜਿੱਥੇ ਟੈਂਜੈਂਟ ਕਰਵ ਦੇ ਇਹਨਾਂ ਦੋ ਐਂਡ ਪੁਆਇੰਟਾਂ ਨੂੰ ਜੋੜਨ ਵਾਲੇ ਇਸ ਰੇਖਾ ਖੰਡ ਦੇ ਪੈਰਲਲ ਹੋ ਜਾਵੇਗਾ। ਇਸ ਲਈ ਜਿਵੇਂ ਕਿ ਮੈਂ ਇੱਥੇ ਦੂਜੇ ਸ਼ਬਦਾਂ ਵਿੱਚ ਲਿਖਿਆ ਹੈ ਕਿ ਇਸ ਇੰਟਰਵਲ ਵਿੱਚ ਘੱਟੋ ਘੱਟ ਇੱਕ ਟੈਂਜੈਂਟ ਹੈ ਜੋ ਇਸ ਕਰਵ ਦੇ ਦੋ ਐਂਡ ਪੁਆਇੰਟਾਂ ਦੇ ਵਿੱਚੋਂ ਗੁਜ਼ਰਨ ਵਾਲੇ ਇਸ ਰੇਖਾ ਖੰਡ ਦੇ ਪੈਰਲਲ ਹੈ। ਪ੍ਰੂਫ ਬਹੁਤ ਆਸਾਨ ਹੈ ਜੇ ਅਸੀਂ ਇਸ ਫੰਕਸ਼ਨ ਨੂੰ ਕੰਸੀਡਰ ਕਰੀਏ। φx ਬਰਾਬਰ ਹੈ fx ਮਾਈਨਸ fb-fa ਬਟਾ b-a ਗੁਣਾ x। ਇਸ ਲਈ ਜੇ ਤੁਸੀਂ ਇਸ ਫੰਕਸ਼ਨ ਤੇ ਨੇੜਿਓਂ ਨਜ਼ਰ ਮਾਰਦੇ ਹੋ ਤਾਂ ਇਹ ਮੂਲ ਰੂਪ ਵਿੱਚ ਦੋ ਫੰਕਸ਼ਨਾਂ fx ਅਤੇ ਮਾਈਨਸ ਕੁਝ ਕੋਨਸਟੈਂਟ ਟਾਈਮਸ x ਦਾ ਅੰਤਰ ਹੈ। ਜੇਕਰ f ਕਲੋਜ਼ਡ ਇੰਟਰਵਲ ab ਵਿੱਚ ਕੰਟੀਨਿਊਅਸ ਹੈ ਅਤੇ ਓਪਨ ਇੰਟਰਵਲ ab ਵਿੱਚ ਡਿਫਰੈਂਸ਼ੀਏਬਲ ਹੈ ਅਤੇ x ਵੀ ਇੱਕ ਫੰਕਸ਼ਨ ਹੈ ਜੋ
ਉਹਨਾਂ ਇੰਟਰਵਲਾਂ ਵਿੱਚ ਕੰਟੀਨਿਊਅਸ ਅਤੇ ਡਿਫਰੈਂਸ਼ੀਏਬਲ ਹੈ, ਤਾਂ ਇਹ ਅੰਤਰ ਕਲੋਜ਼ਡ ਇੰਟਰਵਲ AB ਵਿੱਚ ਵੀ ਕੰਟੀਨਿਊਅਸ ਰਹੇਗਾ ਅਤੇ ਓਪਨ ਇੰਟਰਵਲ AB ਵਿੱਚ ਡਿਫਰੈਂਸ਼ੀਏਬਲ ਹੋਵੇਗਾ। ਇਸ ਲਈ ਇਸ ਫੰਕਸ਼ਨ ਦੀ ਸੈਟਿੰਗ ਹੋ ਗਈ ਹੈ ਕਿਉਂਕਿ ਜੇ ਤੁਸੀਂ ਇੱਥੇ ਕੰਪਿਊਟ ਕਰਦੇ ਹੋ, ਉਦਾਹਰਣ ਦੇ ਲਈ ਪੁਆਇੰਟ A ਤੇ phi ਅਤੇ ਪੁਆਇੰਟ B ਤੇ phi, ਫਿਰ ਅਸੀਂ ਮਹਿਸੂਸ ਕਰਾਂਗੇ ਕਿ ਇਹ ਦੋਵੇਂ ਵੈਲਿਊ ਵੀ ਬਰਾਬਰ ਹਨ। ਇਸ ਲਈ A ਤੇ phi ਕੁਝ ਵੀ ਨਹੀਂ ਬਲਕਿ FA ਮਾਈਨਸ FB ਮਾਈਨਸ FA ਡਿਵਾਈਡ B ਮਾਈਨਸ A ਅਤੇ ਪੁਆਇੰਟ A ਤੇ ਇਸ ਲਈ ਇੱਥੇ ਇਹ ਆਵੇਗਾ। ਇਸ ਲਈ ਜੇਕਰ ਮੈਂ ਇਸ ਨੂੰ ਸਰਲ ਕਰਦਾ ਹਾਂ ਤਾਂ ਇਹ ਬਣ ਜਾਵੇਗਾ B FA ਮਾਈਨਸ A FA ਅਤੇ ਫਿਰ ਮਾਈਨਸ A FB ਅਤੇ ਮਾਈਨਸ A FA ਡਿਵਾਈਡ AB ਮਾਈਨਸ A। ਇਸ ਲਈ A FA ਕੱਟਿਆ ਜਾਵੇਗਾ ਅਤੇ ਫਿਰ ਸਾਨੂੰ B FA ਮਾਈਨਸ A FB ਬਟਾ B ਮਾਈਨਸ A ਮਿਲੇਗਾ। ਅਤੇ ਹੁਣ ਜੇਕਰ ਮੈਂ ਇੱਥੇ ਕੰਪਿਊਟ ਕਰਦਾ ਹਾਂ FB, ਇਸ ਲਈ ਇੱਥੇ ਤੁਹਾਡੇ ਕੋਲ ਹੈ FB ਮਾਈਨਸ A ਭਾਗਫਲ FB ਮਾਈਨਸ FA ਅਤੇ ਡਿਵਾਈਡ B ਮਾਈਨਸ A ਅਤੇ ਫਿਰ ਇੱਥੇ B। ਇਸ ਲਈ ਜੇਕਰ ਮੈਂ ਹੁਣ ਇਸ ਨੂੰ ਸਰਲ ਬਣਾਉਂਦਾ ਹਾਂ FB ਮਾਈਨਸ A FB ਮਾਈਨਸ B FB ਅਤੇ ਪਲੱਸ B FA ਡਿਵਾਈਡ B ਮਾਈਨਸ A। ਇਸ ਮਾਮਲੇ ਵਿੱਚ ਇਹ B FB ਕੈਂਸਲ ਹੋ ਜਾਂਦਾ ਹੈ ਅਤੇ ਸਾਨੂੰ B FA ਮਾਈਨਸ A FB ਬਟਾ B ਮਾਈਨਸ A ਮਿਲਦਾ ਹੈ। ਸਭ ਤੋਂ ਪਹਿਲਾਂ ਵਾਲੇ ਮਾਮਲੇ ਵਿੱਚ ਸਾਨੂੰ B FA ਮਾਈਨਸ A FB ਬਟਾ B ਮਾਈਨਸ A ਮਿਲਦਾ ਹੈ। ਇਸ ਲਈ ਫੰਕਸ਼ਨ A ਅਤੇ B ਤੇ ਇੱਕੋ ਵੈਲਿਊ ਲੈ ਰਿਹਾ ਹੈ। ਅਤੇ ਜੇ ਅਸੀਂ ਦੁਬਾਰਾ ਯਾਦ ਕਰਦੇ ਹਾਂ ਤਾਂ ਕੰਡੀਸ਼ਨ ਕੰਟੀਨਿਊਟੀ ਅਤੇ ਡਿਫਰੈਂਸ਼ੀਏਬਿਲਿਟੀ ਤੋਂ ਇਲਾਵਾ ਰੋਲ ਥਿਓਰਮ ਲਈ ਸੀ ਕਿ ਫੰਕਸ਼ਨ ਦੀ ਦੋ ਐਂਡ ਪੁਆਇੰਟਾਂ ਤੇ ਸਮਾਨ ਵੈਲਿਊ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਇਹ ਫੰਕਸ਼ਨ F ਰੋਲ ਥਿਓਰਮ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਅਤੇ ਇਸ ਲਈ ਅਸੀਂ ਰੋਲ ਥਿਓਰਮ ਨੂੰ ਇਸ ਫੰਕਸ਼ਨ phi x ਤੇ ਅਪਲਾਈ ਕਰ ਸਕਦੇ ਹਾਂ। ਇਸ ਲਈ ਹੁਣ ਇਹ ਸਾਨੂੰ ਕੀ ਦੇਵੇਗਾ? ਜੇ ਅਸੀਂ ਇੱਥੇ ਡੈਰੀਵੇਟਿਵ ਲੈਂਦੇ ਹਾਂ ਤਾਂ phi ਪ੍ਰਾਈਮ x ਬਰਾਬਰ ਹੈ x ਡੈਰੀਵੇਟਿਵ ਮਾਈਨਸ A ਇੱਕ ਕੋਨਸਟੈਂਟ ਹੈ। ਇੱਥੇ FB ਮਾਈਨਸ FA ਡਿਵਾਈਡ B ਮਾਈਨਸ A ਅਤੇ x ਦਾ ਡੈਰੀਵੇਟਿਵ 1 ਹੋਵੇਗਾ। ਅਤੇ ਰੋਲ ਥਿਓਰਮ ਕਹਿੰਦੀ ਹੈ ਕਿ ਇੱਥੇ ਇੱਕ ਪੁਆਇੰਟ ਹੋਵੇਗਾ ਜਿੱਥੇ ਫੰਕਸ਼ਨ ਦਾ ਡੈਰੀਵੇਟਿਵ 0 ਹੋਵੇਗਾ। ਇਸ ਮਾਮਲੇ ਵਿੱਚ ਹੁਣ ਜੇ ਅਸੀਂ ਰੋਲ ਥਿਓਰਮ ਨੂੰ ਅਪਲਾਈ ਕਰਦੇ ਹਾਂ ਤਾਂ phi ਪ੍ਰਾਈਮ C 0 ਹੋਵੇਗੀ ਅਤੇ ਓਪਨ ਇੰਟਰਵਲ AB ਵਿੱਚ ਕਿਸੇ C ਲਈ। ਅਤੇ ਜਿਸ ਦਾ ਸਹੀ ਅਰਥ ਇਹ ਹੈ ਕਿ ਇਹ 0 ਹੈ ਅਤੇ ਇਹ ਹੀ ਲੈਗਰੇਂਜ ਮੀਨ ਵੈਲਿਊ ਥਿਓਰਮ ਹੈ ਕਿ F ਪ੍ਰਾਈਮ C FB ਮਾਈਨਸ FA ਬਟਾ B ਮਾਈਨਸ A ਦੇ ਬਰਾਬਰ ਹੋਵੇਗਾ ਜੋ 0 ਦੇ ਬਰਾਬਰ ਹੈ। ਇੱਥੇ ਇਸ ਫੰਕਸ਼ਨ ਦਾ ਨਿਰਮਾਣ ਲੈਗਰੇਂਜ ਮੀਨ ਵੈਲਿਊ ਥਿਓਰਮ ਨੂੰ ਸਾਬਤ ਕਰਨ ਲਈ ਮਹੱਤਵਪੂਰਨ ਸੀ ਅਤੇ ਇਹ phi ਇੱਥੇ ਰੋਲ ਥਿਓਰਮ ਦੀਆਂ ਸਾਰੀਆਂ ਪ੍ਰਾਪਰਟੀਜ਼ ਨੂੰ ਸੰਤੁਸ਼ਟ ਕਰਦੀ ਹੈ ਅਤੇ ਅਸੀਂ ਇਸ ਫੰਕਸ਼ਨ ਲਈ ਰੋਲ ਥਿਓਰਮ ਨੂੰ ਅਪਲਾਈ ਕਰ ਸਕਦੇ ਹਾਂ ਅਤੇ ਸਾਨੂੰ ਲੈਗਰੇਂਜ ਮੀਨ ਵੈਲਿਊ ਥਿਓਰਮ ਦਾ ਲੋੜੀਂਦਾ ਨਤੀਜਾ ਮਿਲਿਆ। ਇਸ ਲਈ ਇੱਥੇ ਇੱਕ ਹੋਰ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਹੈ ਜਿਸ ਨੂੰ ਕੌਸ਼ੀ ਮੀਨ ਵੈਲਿਊ ਥਿਓਰਮ ਵੀ ਕਿਹਾ ਜਾਂਦਾ ਹੈ। ਇਸ ਲਈ ਇੱਥੇ ਅਸੀਂ ਇੱਕ ਦੀ ਬਜਾਏ ਦੋ ਫੰਕਸ਼ਨਾਂ ਨੂੰ ਕੰਸੀਡਰ ਕਰਾਂਗੇ। ਇਸ ਲਈ ਜੇ f(x) ਅਤੇ g(x) ਦੋ ਫੰਕਸ਼ਨ ਕਲੋਜ਼ਡ ਇੰਟਰਵਲ AB ਵਿੱਚ ਕੰਟੀਨਿਊਅਸ ਹਨ ਅਤੇ ਓਪਨ ਇੰਟਰਵਲ AB ਵਿੱਚ ਡਿਫਰੈਂਸ਼ੀਏਬਲ ਹਨ, ਅਤੇ g ਤੇ ਇੱਕ ਹੋਰ ਕੰਡੀਸ਼ਨ ਹੈ ਕਿ g ਪ੍ਰਾਈਮ g ਦਾ ਡੈਰੀਵੇਟਿਵ ਇੰਟਰਵਲ ਦੇ ਅੰਦਰ ਕਿਤੇ ਵੀ ਖਤਮ ਨਹੀਂ ਹੁੰਦਾ, ਫਿਰ ਓਪਨ ਇੰਟਰਵਲ AB ਵਿੱਚ ਇੱਕ ਪੁਆਇੰਟ C ਐਗਜ਼ਿਸਟ ਕਰਦਾ ਹੈ। ਇਹ ਭਾਗਫਲ ਇੱਥੇ FB ਮਾਈਨਸ FA ਬਟਾ GB ਮਾਈਨਸ GA ਪੁਆਇੰਟ C ਤੇ ਇਸ F ਅਤੇ G ਦੇ ਡੈਰੀਵੇਟਿਵ ਦੇ ਅਨੁਪਾਤ ਦੇ ਬਰਾਬਰ ਹੈ। ਇਹ ਪ੍ਰੂਫ ਦੁਬਾਰਾ ਲੈਗਰੇਂਜ ਮੀਨ ਵੈਲਿਊ ਥਿਓਰਮ ਦੇ ਪਹਿਲੇ ਪ੍ਰੂਫ ਦੇ ਸਿਮਿਲਰ ਹੀ ਹੈ। ਅਤੇ ਇਸ ਮਾਮਲੇ ਵਿੱਚ ਅਸੀਂ ਇਸ ਫੰਕਸ਼ਨ ਨੂੰ ਸੈੱਟ ਕਰਦੇ ਹਾਂ ਜਾਂ ਇੱਕ ਫੰਕਸ਼ਨ ਨੂੰ ਇਸ ਤਰੀਕੇ ਨਾਲ ਪਰਿਭਾਸ਼ਿਤ ਕਰਦੇ ਹਾਂ ਕਿ ਇਹ phi x f(x) ਮਾਈਨਸ FA ਮਾਈਨਸ ਇਸ ਭਾਗਫਲ ਦੇ ਬਰਾਬਰ ਹੋਵੇ, ਜੋ ਕਿ ਇਸ ਕੌਸ਼ੀ ਮੀਨ ਵੈਲਿਊ ਥਿਓਰਮ ਦੇ ਨਤੀਜਿਆਂ ਵਿੱਚ ਆਵੇਗਾ, ਅਤੇ ਇਸ ਨੂੰ gx ਮਾਈਨਸ GA ਨਾਲ ਗੁਣਾ ਕੀਤਾ ਜਾਵੇਗਾ।
ਇਸ ਲਈ ਦੁਬਾਰਾ ਫਿਰ ਸਿਮਿਲਰ ਆਰਗੂਮੈਂਟ ਕਿਉਂਕਿ f ਅਤੇ g ਉਹ ਕਲੋਜ਼ਡ ਇੰਟਰਵਲ ਵਿੱਚ ਕੰਟੀਨਿਊਅਸ ਹਨ ਅਤੇ ਓਪਨ ਇੰਟਰਵਲ a b ਵਿੱਚ ਡਿਫਰੈਂਸ਼ੀਏਬਲ ਹਨ। ਇਸ ਲਈ ਦਿੱਤੇ ਇੰਟਰਵਲਸ ਵਿੱਚ ਫਾਈ ਵੀ ਡਿਫਰੈਂਸ਼ੀਏਬਲ ਅਤੇ ਕੰਟੀਨਿਊਅਸ ਹੈ। ਇਸ ਤੋਂ ਇਲਾਵਾ ਜੇ ਅਸੀਂ ਇੱਥੇ ਵੇਖਦੇ ਹਾਂ ਕਿ ਫਾਈ ਐਟ a ਹੈ fa ਇੱਥੇ a 0 ਹੈ ਅਤੇ ga ਵੀ 0 ਹੈ। ਇਸ ਲਈ ਇਹ ਸਾਰਾ 0 ਹੈ। ਇਸ ਲਈ ਫਾਈ a 0 ਹੈ ਅਤੇ ਫਾਈ b ਜੋ fb fa ਅਤੇ gb ga ਹੈ, ਤਾਂ ਇਹ gb ga ਇਸ gb ga ਨਾਲ ਕੈਂਸਲ ਹੋ ਜਾਵੇਗਾ। ਅਤੇ ਫਿਰ ਸਾਨੂੰ fb fa a fb fa ਮਿਲੇਗਾ ਜੋ ਦੁਬਾਰਾ 0 ਹੈ। ਇਸ ਲਈ ਇਸ ਸਥਿਤੀ ਵਿੱਚ ਫਾਈ a 0 ਹੈ ਅਤੇ ਫਾਈ b 0 ਹੈ। ਅਤੇ ਫਾਈ ਰੋਲ ਥਿਓਰਮ ਦੀਆਂ ਸਾਰੀਆਂ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਹੈ। ਅਤੇ ਇਸ ਲਈ ਅਸੀਂ ਰੋਲ ਦੇ ਥਿਓਰਮ ਨੂੰ ਇਸ ਫੰਕਸ਼ਨ ਫਾਈ x ਤੇ ਲਾਗੂ ਕਰ ਸਕਦੇ ਹਾਂ। ਇਸ ਲਈ ਰੋਲ ਥਿਓਰਮ ਨੂੰ ਲਾਗੂ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਇੱਕ ਪੁਆਇੰਟ ਹੈ ਜੋ ਕਿ ਸਾਨੂੰ ਇਹ ਦੱਸਣਾ ਪਵੇਗਾ ਕਿ ਇਹ ਫਾਈ ਚੰਗੀ ਤਰ੍ਹਾਂ ਪਰਿਭਾਸ਼ਿਤ ਹੈ ਕਿਉਂਕਿ ਇਸ gb ga ਨੂੰ 0 ਨਹੀਂ ਹੋਣਾ ਚਾਹੀਦਾ, ਭਾਵ gb ga ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਸਵਾਲ ਇਹ ਹੈ ਕਿ gb ga ਦੇ ਬਰਾਬਰ ਕਿਉਂ ਨਹੀਂ ਹੋ ਸਕਦਾ। ਅਸੀਂ ਸਿੱਧੇ ਤੌਰ ਤੇ ਇਸ ਕੌਸ਼ੀ ਮੀਨ ਵੈਲਿਊ ਥਿਓਰਮ ਦੀਆਂ ਅਜ਼ੰਪਸ਼ਨਾਂ ਵਿੱਚ ਸਿੱਧੇ ਤੌਰ ਤੇ ਅਜਿਹੀ ਪਾਬੰਦੀ ਨਹੀਂ ਲਗਾਈ ਹੈ। ਪਰ ਦੁਬਾਰਾ ਇੱਕ ਹੋਰ ਕੰਡੀਸ਼ਨ ਸੀ ਕਿ g ਪ੍ਰਾਈਮ x ਇੰਟਰਵਲ ਦੇ ਅੰਦਰ ਕਿਤੇ ਵੀ ਖਤਮ ਨਹੀਂ ਹੁੰਦਾ। ਇਸ ਲਈ ਜੇ ਇਹ gb ga ਦੇ ਬਰਾਬਰ ਹੈ, ਇਸ ਸਥਿਤੀ ਵਿੱਚ ਅਸੀਂ ਰੋਲ ਥਿਓਰਮ ਨੂੰ ਫੰਕਸ਼ਨ g ਤੇ ਦੁਬਾਰਾ ਲਾਗੂ ਕਰ ਸਕਦੇ ਹਾਂ, ਜਿਸ ਦਾ ਅਰਥ ਹੋਵੇਗਾ ਕਿ ਓਪਨ ਇੰਟਰਵਲ a b ਵਿੱਚ ਇੱਕ ਪੁਆਇੰਟ c ਹੋਵੇਗਾ ਜਿੱਥੇ ਡੈਰੀਵੇਟਿਵ ਖਤਮ ਹੋ ਜਾਵੇਗਾ। ਪਰ ਥਿਓਰਮ ਦੀ ਅਜ਼ੰਪਸ਼ਨ ਦੇ ਅਨੁਸਾਰ g ਪ੍ਰਾਈਮ ਇੰਟਰਵਲ ਦੇ ਅੰਦਰ ਕਿਤੇ ਵੀ ਖਤਮ ਨਹੀਂ ਹੁੰਦਾ। ਇਸ ਲਈ ਇਹ ਬਰਾਬਰ ਨਹੀਂ ਹੋ ਸਕਦਾ। ਇਸ ਲਈ ਕਦੇ ਵੀ ਅਜਿਹੀ ਸਥਿਤੀ ਨਹੀਂ ਹੋਵੇਗੀ ਕਿ ਇਹ gb ga ਦੇ ਬਰਾਬਰ ਹੋ ਜਾਵੇ ਅਤੇ ਇਹ ਇਨਫਿਨਿਟੀ ਹੋ ਜਾਵੇ। ਇਸ ਲਈ ਫੰਕਸ਼ਨ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ। ਫੰਕਸ਼ਨ ਡਿਫਰੈਂਸ਼ੀਏਬਲ ਹੈ, ਇਹ ਕੰਟੀਨਿਊਅਸ ਹੈ ਅਤੇ gb ਫਾਈ a ਬਰਾਬਰ ਹੈ ਫਾਈ b। ਇਸ ਲਈ ਇਸ ਫੰਕਸ਼ਨ ਫਾਈ x ਲਈ ਰੋਲ ਦੇ ਥਿਓਰਮ ਦੀਆਂ ਸਾਰੀਆਂ ਸ਼ਰਤਾਂ ਸੰਤੁਸ਼ਟ ਹਨ। ਇਸ ਲਈ ਜੇ ਅਸੀਂ ਰੋਲ ਥਿਓਰਮ ਨੂੰ ਹੁਣ ਫੰਕਸ਼ਨ ਤੇ ਲਾਗੂ ਕਰਦੇ ਹਾਂ ਤਾਂ ਅਸੀਂ ਬਿਲਕੁਲ ਉਹੀ ਨਤੀਜਾ ਪ੍ਰਾਪਤ ਕਰਾਂਗੇ ਜੋ ਇੱਥੇ ਦਿੱਤਾ ਗਿਆ ਹੈ ਕਿਉਂਕਿ ਫਾਈ ਪ੍ਰਾਈਮ x f ਦਾ ਡੈਰੀਵੇਟਿਵ ਹੋਵੇਗਾ। ਅਤੇ ਫਿਰ ਇਹ ਇੱਥੇ ਇੱਕ ਕੌਨਸਟੈਂਟ ਹੈ ਮਾਈਨਸ ਦੁਬਾਰਾ ਇਹ ਐਕਸਪ੍ਰੈਸ਼ਨ ਅਤੇ g ਦਾ ਡੈਰੀਵੇਟਿਵ। ਇਸ ਲਈ ਇਹ ਦੁਬਾਰਾ ਕੀ ਹੋਵੇਗਾ। ਤਾਂ ਮੈਂ ਹੁਣ ਇਸ ਪੁਆਇੰਟ ਤੇ ਆਉਂਦਾ ਹਾਂ। ਇਸ ਲਈ ਫਾਈ ਪ੍ਰਾਈਮ x ਹੋਵੇਗਾ f ਪ੍ਰਾਈਮ x ਮਾਈਨਸ a 0 ਮਾਈਨਸ a ਭਾਗਫਲ ਇੱਥੇ fb ਮਾਈਨਸ a fa ਬਟਾ gb ਮਾਈਨਸ a ga ਅਤੇ ਫਿਰ ਇਹ g ਪ੍ਰਾਈਮ x ਅਤੇ ਰੋਲ ਥਿਓਰਮ ਕਹਿੰਦੀ ਹੈ ਕਿ ਪੁਆਇੰਟ x ਬਰਾਬਰ ਹੈ c ਤੇ a 0 ਦੇ ਬਰਾਬਰ ਹੈ। ਇਸ ਲਈ ਫਿਰ ਸਾਨੂੰ ਕੀ ਮਿਲੇਗਾ। ਫਾਈ ਪ੍ਰਾਈਮ c ਡਿਵਾਈਡ g ਪ੍ਰਾਈਮ c ਬਰਾਬਰ ਹੈ fb ਮਾਈਨਸ fa ਬਟਾ ਇਹ gb ਅਤੇ ਮਾਈਨਸ ga। ਇਹ ਕੌਸ਼ੀ ਮੀਨ ਵੈਲਿਊ ਥਿਓਰਮ ਜਾਂ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਹੈ। ਜੇਕਰ ਅਸੀਂ ਹੁਣ ਜਿਓਮੈਟ੍ਰੀਕਲ ਅਰਥ ਜਾਂ ਇਸ ਕੌਸ਼ੀ ਮੀਨ ਵੈਲਿਊ ਥਿਓਰਮ ਦੀ ਚਰਚਾ ਕਰਦੇ ਹਾਂ, ਇਸ ਲਈ ਇੱਥੇ ਹੁਣ ਅਸੀਂ ਇਸ ਪੈਰਾਮੀਟ੍ਰਿਕ ਕਰਵ ਨੂੰ ਕੰਸੀਡਰ ਕਰਦੇ ਹਾਂ ਜੋ ਹੈ x ਬਰਾਬਰ ਹੈ gt। g ਉੱਥੇ ਦਿੱਤਾ ਗਿਆ ਫੰਕਸ਼ਨ ਹੈ, ਪਰ ਮੈਂ ਇਹ ਪੈਰਾਮੀਟਰ t ਲਿਖਿਆ ਹੈ ਜੋ ਆਮ ਤੌਰ ਤੇ ਪੈਰਾਮੀਟ੍ਰਿਕ ਕਰਵ ਲਈ ਵਰਤਿਆ ਜਾਂਦਾ ਹੈ ਅਤੇ y ਦੂਜੇ ਫੰਕਸ਼ਨ ft ਦੇ ਬਰਾਬਰ ਹੈ ਅਤੇ t ਇਸ ਕਲੋਜ਼ ਇੰਟਰਵਲ ਵਿੱਚ a ਤੋਂ b ਵੇਰੀ ਕਰਦਾ ਹੈ। ਇਸ ਲਈ ਇਹ ਪੈਰਾਮੀਟ੍ਰਿਕ ਕਰਵ ਨੂੰ ਤੁਸੀਂ t ਦੀਆਂ ਵੈਲਿਊ ਨੂੰ ਵੇਰੀ ਕਰਕੇ ਟਰੇਸ ਕਰ ਸਕਦੇ ਹੋ। ਜੇ ਉਦਾਹਰਣ ਦੇ ਤੌਰ ਤੇ t a ਦੇ ਬਰਾਬਰ ਹੈ ਤਾਂ ਸਾਡੇ ਕੋਲ ਇੱਥੇ ਇਸ ਪੁਆਇੰਟ ਦਾ x ਕੋਆਰਡੀਨੇਟ ga ਅਤੇ y ਕੋਆਰਡੀਨੇਟ fa ਹੋਵੇਗਾ। ਇਸ ਲਈ ਇਹ ਪੁਆਇੰਟ ga fa ਹੈ ਅਤੇ ਫਿਰ ਜੇ ਅਸੀਂ t ਨੂੰ ਵੇਰੀ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਇਸ ਕਰਵ ਤੇ ਚੱਲਾਂਗੇ। ਤੁਸੀਂ ਇਸ ਕਰਵ ਨੂੰ ਟਰੇਸ ਕਰੋਗੇ ਅਤੇ ਜਦੋਂ ਤੱਕ ਅਸੀਂ ਇੱਥੇ ਐਂਡ ਪੁਆਇੰਟ ਤੇ ਨਹੀਂ ਪਹੁੰਚਦੇ t ਬਰਾਬਰ ਹੈ b ਜੋ gb fb ਦੁਆਰਾ ਦਿੱਤਾ ਗਿਆ ਹੈ। ਹੁਣ ਜਿਓਮੈਟ੍ਰੀਕਲ ਅਰਥ
ਲੈਗਰੇਂਜ ਮੀਨ ਵੈਲਿਊ ਥਿਓਰਮ ਦੇ ਪਹਿਲੇ ਨਤੀਜੇ ਦੇ ਸਿਮਿਲਰ ਹੈ। ਜੇ ਅਸੀਂ ਇਹਨਾਂ ਦੋ ਪੁਆਇੰਟਾਂ ਨੂੰ ਇਸ ਰੇਖਾ ਖੰਡ ਦੁਆਰਾ ਜੋੜਦੇ ਹਾਂ ਤਾਂ ਇਹ ਥਿਓਰਮ ਕਹਿੰਦੀ ਹੈ। ਸਭ ਤੋਂ ਪਹਿਲਾਂ ਇਸ ਰੇਖਾ ਖੰਡ ਦੀ ਸਲੋਪ ਇਸ FB ਮਾਈਨਸ FA ਬਟਾ GB ਮਾਈਨਸ ਗਈ A ਦੁਆਰਾ ਦਿੱਤੀ ਜਾਵੇਗੀ। ਉਸੇ ਦਲੀਲ ਦੇ ਕਾਰਨ ਜਿਸ ਦੀ ਅਸੀਂ ਪਹਿਲਾਂ ਚਰਚਾ ਕੀਤੀ ਹੈ, ਉਚਾਈ FB ਮਾਈਨਸ FA ਹੋਵੇਗੀ ਅਤੇ ਇਸ ਤ੍ਰਿਭੁਜ ਦਾ ਬੇਸ GB ਮਾਈਨਸ GA ਹੋਵੇਗਾ। ਇਸ ਲਈ ਇਹ ਇਸ ਰੇਖਾ ਖੰਡ ਦੀ ਸਲੋਪ ਹੈ। ਅਤੇ ਫਿਰ ਇੱਥੇ ਰਾਈਟ ਹੈਂਡ ਸਾਈਡ ਕਹਿੰਦਾ ਹੈ ਕਿ ਇਸ ਕਰਵ ਤੇ ਘੱਟੋ ਘੱਟ ਇੱਕ ਪੁਆਇੰਟ ਹੋਵੇਗਾ ਜਿੱਥੇ ਟੈਂਜੈਂਟ ਇਸ ਕੋਸ਼ੈਂਟ ਲਾਈਨ ਦੇ ਪੈਰਲਲ ਹੋਵੇਗਾ। ਇਸ ਲਈ ਜੇ ਤੁਸੀਂ ਡੂੰਘਾਈ ਨਾਲ ਵੇਖਦੇ ਹੋ ਤਾਂ ਇਹ G' ਬਟਾ F' ਕੁਝ ਨਹੀਂ ਹੈ, ਬਸ ਕਿਸੇ ਪੁਆਇੰਟ C ਤੇ ਟੈਂਜੈਂਟ ਲਾਈਨ ਦੀ ਸਲੋਪ ਹੈ। ਕਿਉਂਕਿ ਸਲੋਪ ਦੀ ਗਣਨਾ ਇੱਥੇ ਕਿਸੇ ਪੁਆਇੰਟ ਤੇ ਕੀਤੀ ਜਾਵੇਗੀ, ਇੱਥੇ dy ਬਟਾ dx ਬਰਾਬਰ ਹੈ ਪੈਰਾਮੀਟ੍ਰਿਕ ਕਰਵ ਲਈ dy ਬਟਾ dt ਅਤੇ ਡਿਵਾਈਡ dx ਬਟਾ dt ਜਾਂ y' ਡਿਵਾਈਡ x' ਅਤੇ ਇਹ y ਅਸਲ ਵਿੱਚ f ਹੈ। ਇਸ ਲਈ ਇੱਥੇ ਤੁਹਾਡੇ ਕੋਲ ਹੈ f' ਬਟਾ g' ਅਤੇ ਇਹ ਥਿਓਰਮ ਕਹਿੰਦੀ ਹੈ ਕਿ ਇੰਟਰਵਲ ਵਿੱਚ ਕਿਤੇ ਇੱਕ ਪੁਆਇੰਟ ਹੋਵੇਗਾ, ਇਸ ਲਈ t c ਦੇ ਬਰਾਬਰ ਹੈ। ਇਸ ਲਈ ਅਸੀਂ ਇੱਥੇ ਇਸ ਟੈਂਜੈਂਟ ਲਾਈਨ ਦੀ ਸਲੋਪ ਪ੍ਰਾਪਤ ਕਰਾਂਗੇ ਜੋ ਹੈ f' ਤੇ ਡਿਵਾਈਡ g'। ਅਤੇ ਹੁਣ ਮੈਨੂੰ ਇਸ ਪੁਆਇੰਟ ਤੇ ਤੇਜ਼ੀ ਨਾਲ ਸੰਖੇਪ ਵਿੱਚ ਦੱਸਣ ਦਿਓ ਜੋ ਅਸੀਂ ਅੱਜ ਸਿੱਖਿਆ ਹੈ। ਇਸ ਲਈ ਅਸੀਂ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਦੀ ਚਰਚਾ ਕਰਦੇ ਹਾਂ ਜੋ ਹੈ FB ਮਾਈਨਸ FA ਬਟਾ GB ਮਾਈਨਸ GA ਬਰਾਬਰ ਹੈ F' ਬਟਾ G'। ਅਤੇ ਹੁਣ ਕੀ ਹੋਵੇਗਾ ਜੇਕਰ gx ਬਰਾਬਰ ਹੈ x, ਤਾਂ gx ਬਰਾਬਰ ਹੈ x ਦਾ ਭਾਵ ਹੈ ਇੱਥੇ ਤੁਹਾਡੇ ਕੋਲ A ਹੈ। GB ਸਿਰਫ B ਦੇ ਬਰਾਬਰ ਹੋਵੇਗਾ ਅਤੇ AG A ਦੇ ਬਰਾਬਰ ਹੋਵੇਗਾ ਅਤੇ G'x ਇੱਥੇ ਸਿਰਫ 1 ਹੋਵੇਗਾ। ਇਸ ਲਈ ਸਾਨੂੰ ਇਸ ਸਥਿਤੀ ਵਿੱਚ ਕੀ ਪ੍ਰਾਪਤ ਹੁੰਦਾ ਹੈ? ਲੈਗਰੇਂਜ ਮੀਨ ਵੈਲਿਊ ਥਿਓਰਮ, ਕਿਉਂਕਿ ਇਹ ਕਨਕਲੂਜ਼ਨ ਹੋਵੇਗਾ FB ਮਾਈਨਸ FA ਬਟਾ B ਮਾਈਨਸ A ਬਰਾਬਰ ਹੈ F'। ਇਸ ਲਈ ਇਸ ਖਾਸ ਸਥਿਤੀ ਵਿੱਚ ਜਦੋਂ ਅਸੀਂ gx ਨੂੰ x ਦੇ ਬਰਾਬਰ ਲੈਂਦੇ ਹਾਂ ਤਾਂ ਸਾਨੂੰ ਲੈਗਰੇਂਜ ਮੀਨ ਵੈਲਿਊ ਥਿਓਰਮ ਮਿਲੇਗਾ। ਅਤੇ ਇਸ ਲੈਗਰੇਂਜ ਮੀਨ ਵੈਲਿਊ ਥਿਓਰਮ ਦਾ ਕੀ ਹੋਵੇਗਾ ਜੇਕਰ ਅਸੀਂ FB ਨੂੰ FA ਦੇ ਬਰਾਬਰ ਭਰਦੇ ਹਾਂ ਜੋ ਸਾਡੇ ਕੋਲ ਰੋਲ ਦੇ ਥਿਓਰਮ ਦੇ ਲਈ ਇੱਕ ਹੋਰ ਕੰਡੀਸ਼ਨ ਹੈ। ਇਸ ਲਈ FB ਮਾਈਨਸ FA ਇਹ ਮਾਤਰਾ ਇੱਥੇ 0 ਹੋ ਜਾਵੇਗੀ ਅਤੇ ਫਿਰ ਸਾਨੂੰ F' 0 ਦੇ ਬਰਾਬਰ ਮਿਲੇਗਾ। ਇਹ ਜਨਰਲਾਈਜ਼ ਮੀਨ ਵੈਲਿਊ ਥਿਓਰਮ ਹੈ। ਅਤੇ ਇੱਕ ਵਿਸ਼ੇਸ਼ ਸਥਿਤੀ ਦੇ ਰੂਪ ਵਿੱਚ ਜੇਕਰ ਅਸੀਂ ਫੰਕਸ਼ਨ gx ਨੂੰ x ਦੇ ਬਰਾਬਰ ਲੈਂਦੇ ਹਾਂ ਤਾਂ ਸਾਨੂੰ ਲੈਗਰੇਂਜ ਮੀਨ ਵੈਲਿਊ ਥਿਓਰਮ ਮਿਲਦੀ ਹੈ। ਅਤੇ ਦੁਬਾਰਾ ਜੇ ਅਸੀਂ ਕੋਈ ਹੋਰ ਕੰਡੀਸ਼ਨ ਜੋੜਦੇ ਹਾਂ ਕਿ FB ਬਰਾਬਰ ਹੈ FA, ਤਾਂ ਸਾਨੂੰ ਰੋਲ ਮੀਨ ਵੈਲਿਊ ਥਿਓਰਮ ਮਿਲੇਗੀ ਜੋ ਹੈ F' ਬਰਾਬਰ ਹੈ 0। ਹੁਣ ਅਸੀਂ ਇਸ ਦੀਆਂ ਕੁਝ ਉਦਾਹਰਨਾਂ ਤੇ ਜਾਵਾਂਗੇ ਜਿਨ੍ਹਾਂ ਵਿੱਚੋਂ ਪਹਿਲੀ ਉਦਾਹਰਨ ਜੋ ਕਿ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਦਿਆਂ ਅਸੀਂ ਦਿਖਾਵਾਂਗੇ ਕਿ ਇਹ ਇਨਇਕੁਆਲਿਟੀ cos Ex ਮਾਈਨਸ cos e ਦੀ ਪਾਵਰ y x ਮਾਈਨਸ y ਦੇ ਬਰਾਬਰ ਜਾਂ ਇਸ ਤੋਂ ਘੱਟ ਹੈ ਜਦੋਂ xy 0 ਤੋਂ ਘੱਟ ਜਾਂ ਇਸ ਦੇ ਬਰਾਬਰ ਹੈ। ਇਸ ਲਈ ਪਹਿਲਾਂ ਅਸੀਂ ਨੋਟ ਕਰਦੇ ਹਾਂ ਕਿ ਜਦੋਂ ਦੋਵੇਂ ਬਰਾਬਰ ਹੁੰਦੇ ਹਨ ਤਾਂ xy ਬਰਾਬਰ ਹੁੰਦੇ ਹਨ ਤਾਂ ਕੁਦਰਤੀ ਤੌਰ ਤੇ ਇਹ cos e ਪਾਵਰ x ਮਾਈਨਸ cos e ਪਾਵਰ y 0 ਹੋਵੇਗਾ। ਇਸ ਲਈ ਫਿਰ ਇਨਇਕੁਆਲਿਟੀ ਕੁਦਰਤੀ ਤੌਰ ਤੇ ਸੰਤੁਸ਼ਟ ਹੁੰਦੀ ਹੈ ਜਦੋਂ x ਅਤੇ y ਦੋਵੇਂ ਬਰਾਬਰ ਹੋਣ। ਇਸ ਲਈ ਜਦੋਂ ਇਹ ਬਰਾਬਰ ਨਹੀਂ ਹਨ ਉਦੋਂ ਅਸੀਂ ਇਸ ਸਥਿਤੀ ਨੂੰ ਕੰਸੀਡਰ ਕਰਾਂਗੇ। ਅਤੇ ਹੁਣ ਅਸੀਂ ਇੱਕ ਹੋਰ ਫੰਕਸ਼ਨ f ਬਰਾਬਰ ਹੈ cos e ਦੀ ਪਾਵਰ t ਨੂੰ ਕੰਸੀਡਰ ਕਰਦੇ ਹਾਂ ਕਿਉਂਕਿ ਸਪਸ਼ਟ ਤੌਰ ਤੇ ਅਸੀਂ ਵੇਖ ਸਕਦੇ ਹਾਂ ਕਿ ਅਸੀਂ ਇਸ cos e ਦੀ ਪਾਵਰ x ਮਾਈਨਸ cos e ਦੀ ਪਾਵਰ y ਨੂੰ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਕੇ ਪ੍ਰੂਵ ਕਰਨਾ ਚਾਹੁੰਦੇ ਹਾਂ। ਇਸ ਲਈ ਜੇਕਰ ਅਸੀਂ ਇਸ ਇੰਟਰਵਲ xy ਵਿੱਚ ਫੰਕਸ਼ਨ f ਬਰਾਬਰ ਹੈ cos e ਦੀ ਪਾਵਰ t ਨੂੰ ਕੰਸੀਡਰ ਕਰਦੇ ਹਾਂ ਅਤੇ ਕੁਦਰਤੀ ਤੌਰ ਤੇ ਅਸੀਂ ਇਹ ਮੰਨ ਲਿਆ ਹੈ ਕਿ x y ਦੇ ਬਰਾਬਰ ਨਹੀਂ ਹੈ ਅਤੇ ਹੁਣ ਅਸੀਂ ਇਸ ਨਤੀਜੇ ਤੇ ਮੀਨ ਵੈਲਿਊ ਥਿਓਰਮ ਨੂੰ ਲਾਗੂ ਕਰਦੇ ਹਾਂ, ਸਾਨੂੰ ਕੀ ਮਿਲੇਗਾ? cos e ਦੀ ਪਾਵਰ x ਮਾਈਨਸ cos e ਦੀ ਪਾਵਰ y x ਮਾਈਨਸ y ਇਸ ਓਪਨ ਇੰਟਰਵਲ xy ਵਿੱਚ ਕਿਸੇ ਪੁਆਇੰਟ ਦੇ ਬਰਾਬਰ ਹੋਵੇਗਾ ਅਤੇ ਇਸ ਭਾਗਫਲ ਦੀ ਵੈਲਿਊ F' c ਦੇ ਬਰਾਬਰ ਹੋਵੇਗੀ। ਇਹ ਲੈਗਰੇਂਜ ਮੀਨ ਵੈਲਿਊ ਥਿਓਰਮ ਹੈ।
ਅਤੇ ਹੁਣ ਅਸੀਂ ਇਸ ਡੈਰੀਵੇਟਿਵ ਦਾ ਅਨੁਮਾਨ ਲਗਾਵਾਂਗੇ ਕਿਉਂਕਿ ਜਿਸ ਡੈਰੀਵੇਟਿਵ ਨੂੰ ਅਸੀਂ ਕੰਪਿਊਟ ਕਰ ਸਕਦੇ ਹਾਂ ਉਹ ਹੈ ft ਬਰਾਬਰ ਹੈ cos e ਦੀ ਪਾਵਰ t। ਇਸ ਲਈ ਦੋਵਾਂ ਪਾਸਿਆਂ ਤੋਂ ਐਬਸੋਲਿਊਟ ਵੈਲਿਊ ਲੈਂਦੇ ਹੋਏ ਸਾਨੂੰ ਮਿਲਦਾ ਹੈ cos e ਦੀ ਪਾਵਰ x ਮਾਈਨਸ cos e ਦੀ ਪਾਵਰ y ਅਤੇ ਇਸ ਐਬਸੋਲਿਊਟ ਵੈਲਿਊ ਨੂੰ ਅਸੀਂ ਰਾਈਟ ਹੈਂਡ ਸਾਈਡ ਲੈ ਜਾਂਦੇ ਹਾਂ। ਇਸ ਲਈ x ਮਾਈਨਸ y ਦੀ ਐਬਸੋਲਿਊਟ ਵੈਲਿਊ ਅਤੇ ਇਸ f ਪ੍ਰਾਈਮ ਦੀ ਐਬਸੋਲਿਊਟ ਵੈਲਿਊ ਇਸ ਲਈ f ਪ੍ਰਾਈਮ ਹੋਰ ਕੁਝ ਨਹੀਂ ਸਾਈਨ ਮਾਈਨਸ ਸਾਈਨ e ਦੀ ਪਾਵਰ t ਇਨਟੂ e ਪਾਵਰ t। ਐਬਸੋਲਿਊਟ ਵੈਲਿਊ ਦੇ ਕਾਰਨ ਅਸੀਂ ਇਸ ਮਾਈਨਸ ਸਾਈਨ ਨੂੰ ਧਿਆਨ ਵਿੱਚ ਨਹੀਂ ਰੱਖਿਆ ਹੈ। ਸਾਡੇ ਕੋਲ e ਦੀ ਪਾਵਰ c ਸਾਈਨ e ਦੀ ਪਾਵਰ c ਹੈ ਕਿਉਂਕਿ ਇਹ ਡੈਰੀਵੇਟਿਵ ਦਾ ਮੁਲਾਂਕਣ ਪੁਆਇੰਟ c ਤੇ ਕਰਨਾ ਹੈ। ਠੀਕ ਹੈ, ਹੁਣ ਇਸ ਦਾ ਅਰਥ ਹੈ ਜੇ ਅਸੀਂ ਇਸ ਐਕਸਪ੍ਰੈਸ਼ਨ ਦੀ ਵੱਧ ਤੋਂ ਵੱਧ ਵੈਲਿਊ ਇੱਥੇ ਲੈਂਦੇ ਹਾਂ। ਇਸ ਲਈ c x ਤੋਂ y ਤੱਕ ਵੇਰੀ ਕਰਦਾ ਹੈ। ਇਸ ਲਈ ਅਸੀਂ ਇਸ x ਤੋਂ y ਵਿੱਚੋਂ ਇਸ c ਨੂੰ ਲਿਆ ਹੈ ਅਤੇ ਅਸੀਂ ਇਸ ਦੀ ਵੱਧ ਤੋਂ ਵੱਧ ਵੈਲਿਊ ਲਵਾਂਗੇ ਅਤੇ ਨੋਟ ਕਰਾਂਗੇ ਕਿ c ਇਸ x y ਓਪਨ ਇੰਟਰਵਲ ਨਾਲ ਸੰਬੰਧਿਤ ਹੈ। ਇਹ ਅਸਲ ਵਿੱਚ ਇੱਕ ਨੈਗੇਟਿਵ ਸੰਖਿਆ ਹੈ। c 0 ਤੋਂ ਘੱਟ ਹੈ ਕਿਉਂਕਿ x ਅਤੇ y ਦੋਵੇਂ 0 ਦੇ ਬਰਾਬਰ ਜਾਂ ਘੱਟ ਹਨ ਅਤੇ ਇਸ ਲਈ c ਓਪਨ ਇੰਟਰਵਲ ਵਿੱਚ 0 ਤੋਂ ਘੱਟ ਹੋਵੇਗਾ। ਇਸ ਲਈ ਸਾਈਨ ਹਮੇਸ਼ਾ 1 ਦੁਆਰਾ ਸਥਾਪਿਤ ਕੀਤਾ ਜਾਂਦਾ ਹੈ। ਸਾਡੇ ਕੋਲ 1 ਤੋਂ ਘੱਟ ਜਾਂ ਇਸ ਦੇ ਬਰਾਬਰ ਸਾਈਨ ਫੰਕਸ਼ਨ ਹੈ ਅਤੇ ਐਕਸਪੋਨੈਂਸ਼ੀਅਲ ਫੰਕਸ਼ਨ e ਦੀ ਪਾਵਰ c ਹੈ। ਇਸ ਨੈਗੇਟਿਵ ਆਰਗੂਮੈਂਟ c ਲਈ ਹਮੇਸ਼ਾ 1 ਤੋਂ ਘੱਟ ਰਹੇਗਾ ਕਿਉਂਕਿ e ਦੀ ਪਾਵਰ 0 1 ਹੁੰਦਾ ਹੈ ਅਤੇ ਸਾਰੀਆਂ ਨੈਗੇਟਿਵ ਵੈਲਿਊ ਲਈ ਇਹ 1 ਤੋਂ ਘੱਟ ਵੈਲਿਊ ਲਵੇਗਾ। ਪੋਜ਼ਿਟਿਵ ਵੈਲਿਊ ਲਈ ਇਹ 1 ਤੋਂ ਵੱਧ ਵੈਲਿਊ ਲਵੇਗਾ। ਇਹ 1 ਤੋਂ ਘੱਟ ਹੈ, ਇਹ 1 ਦੇ ਬਰਾਬਰ ਜਾਂ ਇਸ ਤੋਂ ਘੱਟ ਹੈ। ਇਸ ਲਈ ਇੱਥੇ ਇਹ ਐਕਸਪ੍ਰੈਸ਼ਨ ਜਾਂ ਇਸ ਡੈਰੀਵੇਟਿਵ ਦੀ ਵੱਧ ਤੋਂ ਵੱਧ ਵੈਲਿਊ 1 ਦੁਆਰਾ ਸਟ੍ਰਿਕਟਲੀ ਬਾਉਂਡਡ ਹੈ। ਇਸ ਲਈ ਸਾਨੂੰ ਇਹ ਇਨਇਕੁਆਲਿਟੀ ਮਿਲੀ cos e ਦੀ ਪਾਵਰ x ਮਾਈਨਸ cos e ਦੀ ਪਾਵਰ y x ਮਾਈਨਸ y ਦੀ ਐਬਸੋਲਿਊਟ ਵੈਲਿਊ ਤੋਂ ਘੱਟ ਹੈ ਜਿਸ ਨੂੰ ਅਸੀਂ ਇਸ ਨਤੀਜੇ ਵਿੱਚ ਸਾਬਤ ਕਰਨਾ ਚਾਹੁੰਦੇ ਹਾਂ। ਦੂਜੀ ਉਦਾਹਰਣ ਜਿਸ ਨੂੰ ਅਸੀਂ ਕੰਸੀਡਰ ਕਰਾਂਗੇ ਉਹ ਹੈ f ਕਲੋਜ਼ਡ ਇੰਟਰਵਲ -2 ਤੋਂ 2 ਤੇ ਡਿਫਰੈਂਸ਼ੀਏਬਲ ਫੰਕਸ਼ਨ ਹੈ ਅਤੇ ਇਸ ਤਰ੍ਹਾਂ ਕਿ -2 ਤੇ ਵੈਲਿਊ 1 ਦੇ ਬਰਾਬਰ ਹੈ। f ਦੀ 2 ਤੇ ਵੈਲਿਊ 5 ਹੈ ਅਤੇ ਇੱਥੇ ਇੱਕ ਹੋਰ ਜਾਣਕਾਰੀ ਹੈ ਕਿ f ਪ੍ਰਾਈਮ x x ਦੀਆਂ ਸਾਰੀਆਂ ਵੈਲਿਊ ਲਈ 1 ਦੁਆਰਾ ਬਾਉਂਡਡ ਹੈ। -2 ਤੋਂ 2 ਇੰਟਰਵਲ ਵਿੱਚ ਅਤੇ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਦਿਆਂ ਅਸੀਂ ਫੰਕਸ਼ਨ ਦੀ ਵੈਲਿਊ 0 ਤੇ ਲੱਭਣਾ ਚਾਹੁੰਦੇ ਹਾਂ। ਜੇ ਅਸੀਂ ਇਸ ਪ੍ਰੋਬਲਮ ਤੇ ਇੱਕ ਨਜ਼ਰ ਮਾਰਦੇ ਹਾਂ ਅਤੇ ਅਸੀਂ f0 ਦੀ ਵੈਲਿਊ ਲੱਭਣਾ ਚਾਹੁੰਦੇ ਹਾਂ। ਇਸ ਲਈ ਸਾਨੂੰ ਇੰਟਰਵਲ -2 ਤੋਂ 0 ਅਤੇ 2 ਤੋਂ 0 ਵਿੱਚ ਮੀਨ ਵੈਲਿਊ ਥਿਓਰਮ ਜਾਂ ਲੈਗਰੇਂਜ ਮੀਨ ਵੈਲਿਊ ਥਿਓਰਮ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ ਅਤੇ ਫਿਰ ਅਸੀਂ ਪ੍ਰਾਪਤ ਕਰਾਂਗੇ ਇਸ f0 ਦਾ ਕੁਝ ਅਨੁਮਾਨ। ਜੇਕਰ ਅਸੀਂ -2 ਤੋਂ 0 ਦੇ ਇੰਟਰਵਲ ਤੇ ਲੈਗਰੇਂਜ ਮੀਨ ਵੈਲਿਊ ਥਿਓਰਮ ਨੂੰ ਲਾਗੂ ਕਰਦੇ ਹਾਂ ਤਾਂ ਜੋ ਅਸੀਂ ਪ੍ਰਾਪਤ ਕਰਦੇ ਹਾਂ ਉਹ ਹੈ f0 f -2 ਡਿਵਾਈਡ 0 -2 ਬਰਾਬਰ ਹੈ c 1 ਐਗਜ਼ਿਸਟ ਕਰੇਗਾ ਓਪਨ ਇੰਟਰਵਲ -2 ਤੋਂ 0 ਵਿੱਚ, ਤਾਂ ਇਹ ਵੈਲਿਊ ਉਸ ਪੁਆਇੰਟ c1 ਤੇ ਡੈਰੀਵੇਟਿਵ ਦੇ ਬਰਾਬਰ ਹੋਵੇਗੀ। ਹੁਣ ਇਹ ਡੈਰੀਵੇਟਿਵ ਇੱਥੇ f ਪ੍ਰਾਈਮ c1 1 ਨਾਲ ਬਾਉਂਡਡ ਹੈ। ਇਸ ਲਈ ਅਸੀਂ ਇਸ f ਪ੍ਰਾਈਮ c1 ਦੇ ਅਨੁਮਾਨ ਨੂੰ ਜਾਣਦੇ ਹਾਂ। ਇਹ ਹਮੇਸ਼ਾ -1 ਅਤੇ 1 ਦੇ ਵਿਚਕਾਰ ਹੁੰਦਾ ਹੈ। ਇਸ ਲਈ ਇੱਥੇ ਇਹ ਐਕਸਪ੍ਰੈਸ਼ਨ ਕੀ ਹੈ f -2 1 ਹੈ। f0 -1 ਡਿਵਾਈਡ 2 f0 -1 ਡਿਵਾਈਡ 2 -1 ਅਤੇ 1 ਦੇ ਵਿਚਕਾਰ ਹੈ ਕਿਉਂਕਿ ਇਹ ਡੈਰੀਵੇਟਿਵ ਦੇ ਬਰਾਬਰ ਹੈ ਅਤੇ ਡੈਰੀਵੇਟਿਵ 1 ਦੇ ਬਰਾਬਰ ਅਤੇ ਘੱਟ ਨਾਲ ਬਾਉਂਡਡ ਹੈ। ਐਬਸੋਲਿਊਟ ਵੈਲਿਊ ਇਸ ਲਈ ਇੱਥੇ ਇਹ ਐਕਸਪ੍ਰੈਸ਼ਨ -1 ਅਤੇ 1 ਦੇ ਵਿਚਕਾਰ ਹੈ। ਹੁਣ ਜੇ ਅਸੀਂ ਇਸ 2 ਨੂੰ ਦੋਹਾਂ ਪਾਸਿਆਂ ਨਾਲ ਗੁਣਾ ਕਰਦੇ ਹਾਂ ਜਾਂ ਅਸੀਂ ਇੱਥੇ ਇਸ ਇਨਇਕੁਆਲਿਟੀ ਨਾਲ 2 ਨੂੰ ਗੁਣਾ ਕਰ ਸਕਦੇ ਹਾਂ, ਸਾਨੂੰ ਮਿਲੇਗਾ -2 ਬਰਾਬਰ ਹੈ ਜਾਂ ਘੱਟ ਹੈ f0 -1 ਬਰਾਬਰ ਹੈ ਜਾਂ ਘੱਟ ਹੈ -2 ਅਤੇ ਫਿਰ ਅਸੀਂ ਇਸ 1 ਨੂੰ ਇਨਇਕੁਆਲਿਟੀ ਵਿੱਚ ਜੋੜ ਸਕਦੇ ਹਾਂ। ਇਸ ਲਈ ਸਾਨੂੰ ਇੱਥੇ ਮਿਲੇਗਾ 3 ਘੱਟ ਹੈ ਜਾਂ ਬਰਾਬਰ ਹੈ f0 ਬਰਾਬਰ ਹੈ ਜਾਂ ਘੱਟ ਹੈ ਇੱਥੇ -2c + 1 ਇਸ ਲਈ -1 ਅਤੇ ਫਿਰ 2 ਅਤੇ ਫਿਰ +1 ਸਾਨੂੰ ਮਿਲੇਗਾ। ਇਸ ਇਨਇਕੁਆਲਿਟੀ ਵਿੱਚੋਂ ਅਸੀਂ ਪ੍ਰਾਪਤ ਕਰਾਂਗੇ ਕਿ f0 -1 ਅਤੇ 3 ਦੇ ਵਿਚਕਾਰ ਆਉਂਦਾ ਹੈ। ਦੁਬਾਰਾ ਜੇਕਰ ਤੁਸੀਂ ਇੰਟਰਵਲ 0 ਤੋਂ 2 ਵਿੱਚ ਲੈਗਰੇਂਜ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਦੇ ਹੋ, ਇੰਟਰਵਲ 0 ਤੋਂ 2 ਵਿੱਚ ਸਾਨੂੰ ਮਿਲੇਗਾ f2 - a f0/2 -0 ਬਰਾਬਰ ਹੈ ਕਿਸੇ ਪੁਆਇੰਟ c2 ਤੇ ਫਸਟ ਡੈਰੀਵੇਟਿਵ ਦੇ ਬਰਾਬਰ ਹੈ। ਇਸ ਲਈ ਦੁਬਾਰਾ ਇੱਥੇ f2 5 ਦੇ ਬਰਾਬਰ ਹੈ 5 - f0/2। ਇਸ ਲਈ ਸਾਡੇ ਕੋਲ ਇੱਥੇ ਹੈ, ਸਾਡੇ ਕੋਲ f2 ਹੈ, f2 ਹੈ 5।
ਅਤੇ ਮਾਈਨਸ a f0 ਡਿਵਾਈਡ 2 ਅਤੇ ਇਹ ਵੈਲਿਊ ਦੁਬਾਰਾ -1 ਅਤੇ 1 ਨਾਲ ਬਾਉਂਡਡ ਹੈ। ਇਸ ਲਈ ਸਾਨੂੰ ਇੱਥੇ a ਮਿਲਿਆ ਅਤੇ -2 ਘੱਟ ਹੈ ਜਾਂ ਬਰਾਬਰ ਹੈ 5 a f0 ਅਤੇ -2। ਇਸ ਦਾ ਮਤਲਬ ਹੈ ਕਿ a -7 f0 ਹੈ ਅਤੇ a -3 ਹੋਵੇਗਾ। ਇਸ ਲਈ ਜੇਕਰ ਤੁਸੀਂ ਇੱਥੇ -1 ਨਾਲ ਗੁਣਾ ਕਰਦੇ ਹੋ ਤਾਂ ਇਨਇਕੁਆਲਿਟੀ ਬਦਲ ਜਾਵੇਗੀ, ਇਹ ਹੋਵੇਗਾ 7 ਵੱਧ ਹੈ f0 ਤੋਂ ਜੋ 3 ਤੋਂ ਵੱਧ ਹੈ। ਇਸ ਲਈ ਇਹ ਇਨਇਕੁਆਲਿਟੀ ਹੁਣ ਅਸੀਂ ਪ੍ਰਾਪਤ ਕਰਾਂਗੇ ਕਿ f0 3 ਦੇ ਬਰਾਬਰ ਹੈ ਜਾਂ ਇਸ ਤੋਂ ਵੱਡਾ ਹੈ ਅਤੇ 7 ਦੇ ਬਰਾਬਰ ਜਾਂ ਇਸ ਤੋਂ ਘੱਟ ਹੈ। ਇਹ ਉਹ ਜੋ ਕਹਿੰਦਾ ਹੈ ਕਿ f0 3 ਤੋਂ ਵੱਡਾ ਜਾਂ ਇਸ ਦੇ ਬਰਾਬਰ ਹੈ ਪਰ 7 ਦੇ ਬਰਾਬਰ ਜਾਂ ਇਸ ਤੋਂ ਘੱਟ ਹੈ। ਪਹਿਲਾਂ ਦੀ ਇਨਇਕੁਆਲਿਟੀ ਕਹਿੰਦੀ ਹੈ ਕਿ f0 3 ਤੋਂ ਘੱਟ ਜਾਂ ਇਸ ਦੇ ਬਰਾਬਰ ਹੈ। ਇਸ ਲਈ ਇਹਨਾਂ ਦੋ ਇਨਇਕੁਆਲਿਟੀ ਦੁਆਰਾ ਇੱਥੇ f0 3 ਦੇ ਬਰਾਬਰ ਜਾਂ ਇਸ ਤੋਂ ਘੱਟ ਹੈ ਅਤੇ f0 3 ਦੇ ਬਰਾਬਰ ਹੈ ਜਾਂ ਇਸ ਤੋਂ ਵੱਧ ਹੈ। ਅਸੀਂ ਇਹ ਸਿੱਟਾ ਕੱਢਾਂਗੇ ਕਿ f0 3 ਹੋਣਾ ਚਾਹੀਦਾ ਹੈ। ਇਸ ਲਈ f0 3 ਹੋਣਾ ਚਾਹੀਦਾ ਹੈ। ਸਾਨੂੰ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਕੇ ਫੰਕਸ਼ਨ ਦੀ 0 ਤੇ ਵੈਲਿਊ ਪ੍ਰਾਪਤ ਹੋਈ ਦਿੱਤਾ ਜਿੱਥੇ ਉਹਨਾਂ ਡੈਰੀਵੇਟਿਵ ਅਤੇ ਐਂਡ ਪੁਆਇੰਟਸ ਦੀ ਵੈਲਿਊ ਦਿੱਤੀ ਗਈ ਸੀ। ਆਖਰੀ ਉਦਾਹਰਣ ਹੈ ਫੰਕਸ਼ਨ f ਜੋ ਹੁਣ ਸੰਤੁਸ਼ਟ ਕਰਦਾ ਹੈ ਕਿ ਡੈਰੀਵੇਟਿਵ ਹੈ 1/5 x ਸਕੁਏਅਰ ਅਤੇ f0 2 ਹੈ। ਹੁਣ ਅਸੀਂ f1 ਤੇ ਬਾਉਂਡ ਦਾ ਅਨੁਮਾਨ ਲਗਾਉਣ ਲਈ ਲੈਗਰੇਂਜ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਨਾ ਚਾਹੁੰਦੇ ਹਾਂ। ਇਸ ਸਥਿਤੀ ਵਿੱਚ f1 ਦੀ ਸਹੀ ਵੈਲਿਊ ਸੰਭਵ ਨਹੀਂ ਹੈ। ਇਸ ਲਈ ਅਸੀਂ f1 ਲਈ ਲੋਅਰ ਅਤੇ ਅੱਪਰ ਬਾਉਂਡ ਦਾ ਅਨੁਮਾਨ ਲਗਾਵਾਂਗੇ। ਇਸ ਲਈ ਦੁਬਾਰਾ ਫਿਰ ਜੇ ਅਸੀਂ ਇੰਟਰਵਲ 0 ਤੋਂ 1 ਵਿੱਚ ਲੈਗਰੇਂਜ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਦੇ ਹਾਂ ਕਿਉਂਕਿ ਅਸੀਂ 1 ਦਾ ਅਨੁਮਾਨ ਲਗਾਉਣਾ ਚਾਹੁੰਦੇ ਹਾਂ। ਇਸ ਲਈ 0 ਤੋਂ 1 ਫਿਰ ਸਾਨੂੰ ਮਿਲੇਗਾ f1 f0 ਡਿਵਾਈਡ a ਅੰਤਰ 1 ਅਤੇ 1 ਪੁਆਇੰਟ ਹੋਵੇਗਾ ਜਿਸ ਦੀ ਵੈਲਿਊ ਉਸ ਪੁਆਇੰਟ ਤੇ ਡੈਰੀਵੇਟਿਵ ਦੇ ਬਰਾਬਰ ਹੋਵੇਗੀ। ਇਸ ਲਈ ਇਸ ਇਨਇਕੁਆਲਿਟੀ ਵਿੱਚੋਂ f1 a f0 2 ਹੈ ਬਰਾਬਰ ਹੈ f'(c). ਹੁਣ ਡੈਰੀਵੇਟਿਵ ਕੀ ਹੈ? ਡੈਰੀਵੇਟਿਵ ਹੈ 1/5 x ਸਕੁਏਅਰ। ਇਸ ਲਈ f'(c) 1/5 c ਸਕੁਏਅਰ ਹੈ। ਹੁਣ ਬਸ ਨੋਟ ਕਰੋ ਕਿ ਇੱਥੇ c 0 ਅਤੇ 1 ਦੇ ਵਿਚਕਾਰ ਹੈ। ਇਸ 1/5 c ਸਕੁਏਅਰ ਦਾ ਲੋਅਰ ਬਾਉਂਡ ਉਦੋਂ ਪ੍ਰਾਪਤ ਕੀਤਾ ਜਾਵੇਗਾ ਜਦੋਂ ਇਹ c 0 ਨੂੰ ਅਪਰੋਚ ਕਰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਵੈਲਿਊ ਹਮੇਸ਼ਾ 1/5 ਤੋਂ ਵੱਧ ਹੋਵੇਗੀ ਅਤੇ ਜਦੋਂ c ਇਸ ਇੰਟਰਵਲ ਵਿੱਚ ਅਧਿਕਤਮ ਵੈਲਿਊ 1 ਨੂੰ ਅਪਰੋਚ ਕਰਦਾ ਹੈ ਤਾਂ ਇਸ ਸਥਿਤੀ ਵਿੱਚ ਇਹ 4 ਬਣ ਜਾਵੇਗਾ ਅਤੇ ਇਸ 1/5 c ਸਕੁਏਅਰ ਦੀ ਅਧਿਕਤਮ ਵੈਲਿਊ 1/4 ਹੋਵੇਗੀ। ਹੁਣ ਅਸੀਂ ਜਾਣਦੇ ਹਾਂ ਕਿ ਡੈਰੀਵੇਟਿਵ 1/5 ਅਤੇ 1/4 ਦੇ ਵਿਚਕਾਰ ਹੈ। ਇਸ ਲਈ ਡੈਰੀਵੇਟਿਵ f'(c) ਇੱਥੇ f1 2 ਹੈ। ਇਸ ਦੇ ਨਾਲ ਸਾਨੂੰ ਇਨਇਕੁਆਲਿਟੀ ਮਿਲੀ f1 2 ਜੋ 1/5 ਅਤੇ 1/4 ਦੇ ਵਿਚਕਾਰ ਹੈ ਅਤੇ ਇਸ ਦਾ ਅਰਥ ਹੈ ਅਸੀਂ ਇਸ ਨੂੰ ਦੂਜੇ ਪਾਸੇ ਲਿਜਾ ਸਕਦੇ ਹਾਂ ਅਤੇ ਇਸ ਨੂੰ ਇੱਥੇ ਰਾਈਟ ਹੈਂਡ ਸਾਈਡ ਵਿੱਚ ਵੀ ਜੋੜਨਾ ਪਵੇਗਾ। ਇਸ ਲਈ ਸਾਨੂੰ ਇਹ ਮਿਲੇਗਾ 11/5 ਘੱਟ ਹੈ f1 ਤੋਂ ਅਤੇ ਫਿਰ ਜੇ ਅਸੀਂ ਇੱਥੇ 2 ਜੋੜਦੇ ਹਾਂ ਤਾਂ ਇਹ 9/4 ਹੋ ਜਾਵੇਗਾ। ਸਾਨੂੰ f1 ਦਾ ਅੰਦਾਜ਼ਾ ਮਿਲ ਗਿਆ ਹੈ ਕਿ ਇਹ 11/5 ਅਤੇ 9/4 ਦੇ ਵਿਚਕਾਰ ਹੈ। ਇਹ ਉਹ ਹਵਾਲੇ ਹਨ ਜਿਨ੍ਹਾਂ ਦੀ ਅਸੀਂ ਇੱਥੇ ਵਰਤੋਂ ਕੀਤੀ ਹੈ। ਪਿਸਕੁਨੋਵ ਡਿਫਰੈਂਸ਼ੀਅਲ ਅਤੇ ਇੰਟੀਗਰਲ ਕੈਲਕਿਊਲਸ ਅਤੇ ਕ੍ਰੇਜ਼ਿਗ ਐਡਵਾਂਸਡ ਇੰਜੀਨੀਅਰਿੰਗ ਮੈਥਮੈਟਿਕਸ। ਇਸ ਲਈ ਅੱਜ ਦੇ ਲੈਕਚਰ ਦਾ ਕਨਕਲੂਜਨ ਇਹ ਹੈ ਕਿ ਅਸੀਂ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਨੂੰ ਸਿੱਖਿਆ ਹੈ ਅਤੇ ਇੱਕ ਵਿਸ਼ੇਸ਼ ਕੇਸ ਦੇ ਰੂਪ ਵਿੱਚ ਜਦੋਂ ਅਸੀਂ ਇਸ ਦੂਜੇ ਫੰਕਸ਼ਨ ਨੂੰ x ਦੇ ਰੂਪ ਵਿੱਚ ਸਬਸਟੀਟਿਊਟ ਕਰਦੇ ਹਾਂ ਤਾਂ ਸਾਨੂੰ ਲੈਗਰੇਂਜ ਮੀਨ ਵੈਲਿਊ ਥਿਓਰਮ ਮਿਲਦਾ ਹੈ। ਅਤੇ ਜੇ ਅਸੀਂ ਇੱਕ ਹੋਰ ਅਜ਼ੰਪਸ਼ਨ ਲੈਂਦੇ ਹਾਂ ਕਿ f a f b ਦੇ ਬਰਾਬਰ ਹੈ ਤਾਂ ਇਹ ਰੋਲ ਦੀ ਥਿਓਰਮ ਹੋਵੇਗੀ ਜੋ ਕਹਿੰਦੀ ਹੈ ਕਿ f'(c) 0 ਦੇ ਬਰਾਬਰ ਹੈ। ਠੀਕ ਹੈ, ਅੱਜ ਦੇ ਲੈਕਚਰ ਲਈ ਤੁਹਾਡਾ ਧੰਨਵਾਦ।